ਜੁੜੇ ਹੋਏ ਹੋ ਲਾਈਵ ਭਾਰਤ 'ਤੇ। ਅੱਜ ਅਸੀਂ ਫਤਿਹਗੜ੍ਹ ਚੂੜੀਆਂ ਦੇ ਪਸ਼ੂ ਹਸਪਤਾਲ ਵਿਖੇ ਪਹੁੰਚੇ ਹਾਂ, ਜਿੱਥੇ ਅੱਜ ਡਾਕਟਰ ਕਪੂਰ ਜੀ ਨਾਲ ਵੱਖ-ਵੱਖ ਪਸ਼ੂਆਂ ਨਾਲ ਸੰਬੰਧਿਤ ਮੁੱਦਿਆਂ 'ਤੇ ਆਪਾਂ ਗੱਲਬਾਤ ਕਰਾਂਗੇ। ਆਪ ਜੀ ਦੇ ਇਹ ਵੀ ਧਿਆਨ ਹਿੱਤ ਲਿਆਉਣਾ ਚਾਹਾਂਗੇ ਕਿ ਕੁਝ ਸਮੇਂ ਦੇ ਦਰਮਿਆਨ ਲੋਕਾਂ ਵੱਲੋਂ ਤਰ੍ਹਾਂ ਦੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਪਸ਼ੂਆਂ ਨੂੰ ਜੋ ਬਿਮਾਰੀਆਂ ਲੱਗੀਆਂ ਹਨ, ਉਹਨਾਂ ਪਸ਼ੂਆਂ ਦਾ ਦੁੱਧ ਪੀਣ ਦੇ ਨਾਲ ਇਨਸਾਨਾਂ ਨੂੰ ਵੀ ਉਹ ਬਿਮਾਰੀਆਂ ਲੱਗਣ ਦੇ ਖਦਸ਼ੇ ਹਨ। ਉਹਨਾਂ ਖਦਸ਼ਿਆਂ ਦੇ ਅੱਜ ਆਪਾਂ ਖੁੱਲ੍ਹ ਕੇ ਵਿਸਥਾਰ ਨਾਲ ਇਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿ ਇਹਦੇ ਵਿੱਚ ਕੀ ਰਾਜ ਆ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਤੁਹਾਡਾ ਲਾਈਵ ਭਾਰਤ ਚੈਨਲ 'ਤੇ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਜੀ ਇੱਥੇ ਆਉਣ 'ਤੇ। ਮੇਰਾ ਪਹਿਲਾ ਸਵਾਲ ਇਹ ਹੈ ਕਿ ਕੁਝ ਸਮੇਂ ਦੇ ਦਰਮਿਆਨ ਜੋ ਲੋਕਾਂ ਵੱਲੋਂ ਇਹ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਕਿ ਜੋ ਜਾਨਵਰਾਂ ਨੂੰ ਬਿਮਾਰੀਆਂ ਲੱਗੀਆਂ ਹਨ, ਉਹਨਾਂ ਦਾ ਦੁੱਧ ਪੀਣ ਦੇ ਨਾਲ ਇਨਸਾਨਾਂ ਨੂੰ ਵੀ ਉਹ ਬਿਮਾਰੀਆਂ ਲੱਗਣ ਦੇ ਚਾਂਸ ਹਨ। ਉਹਦੇ ਬਾਰੇ ਥੋੜ੍ਹਾ ਜਿਹਾ ਖੁੱਲ੍ਹ ਕੇ ਦੱਸਿਓ ਕਿ ਇਹਦੇ ਵਿੱਚ ਕੀ ਸੱਚਾਈ ਹੈ। ਦੇਖੋ ਜੀ, ਇਹ ਜਿਹੜੀ ਬਿਮਾਰੀ ਫੈਲੀ ਆ ਇਹਨੂੰ ਕਹਿੰਦੇ ਲੰਪੀ ਸਕਿਨ ਡਿਜ਼ੀਜ਼ ਆ। ਇਹ ਖਾਸ ਕਰਕੇ ਗਾਵਾਂ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਫੈਲੀ ਆ। ਇਹ ਇੰਡੀਆ ਦੀ ਬਿਮਾਰੀ ਨਹੀਂ ਗੀ, ਇਹ ਬਾਹਰੋਂ ਨਾਰਥ ਅਫਰੀਕਾ ਸਾਈਡ ਜਾਂ ਜ਼ਿੰਬਾਬਵੇ ਸਾਈਡ ਇਹ ਬਿਮਾਰੀ ਹੁੰਦੀ ਸੀ ਤੇ ਉੱਥੋਂ ਇੱਥੇ ਆਈ ਆ। ਮਤਲਬ ਕਿ ਇੰਡੀਆ ਦੀ ਇਹ ਬਿਮਾਰੀ ਨਹੀਂ ਗੀ, ਵੈਕਟਰ ਬੋਰਨ ਡਿਜ਼ੀਜ਼ ਆ ਜਿਹੜੀ ਮੱਖੀ ਮੱਛਰਾਂ ਦੇ ਚਿੱਚੜਾਂ ਤੋਂ ਇਹ ਬਿਮਾਰੀ ਫੈਲਦੀ ਆ। ਇਸ ਬਿਮਾਰੀ ਦੇ ਵਿੱਚ ਪਸ਼ੂ ਨੂੰ ਬੁਖਾਰ ਹੋ ਜਾਂਦਾ ਹੈ, ਉਹਦੇ ਸਰੀਰ ਦੇ ਨੋਡਿਊਲਸ ਬਣ ਜਾਂਦੇ ਆ, ਪੈਰਾਂ ਥੱਲੇ ਮਤਲਬ ਲੱਤਾਂ 'ਤੇ ਵੀ ਓਡੀਮਾ ਬਣ ਜਾਂਦਾ ਤੇ ਕਈ ਵਾਰ ਝਾਲਰ 'ਤੇ ਵੀ ਓਡੀਮਾ ਬਣ ਜਾਂਦਾ। ਤੇ 90% ਐਨੀਮਲ ਰਿਕਵਰ ਕਰ ਜਾਂਦੇ ਆ। ਕੋਈ ਐਂਟੀਬਾਇਓਟਿਕ ਐਂਟੀ ਇਨਫਲੇਮੇਟਰੀ ਜੋ ਸਿੰਪਟੋਮੈਟਿਕ ਆਪਾਂ ਟ੍ਰੀਟਮੈਂਟ ਦਿੰਦੇ ਆ ਉਹਦੇ ਨਾਲ ਰਿਕਵਰ ਕਰ ਜਾਂਦੇ ਆ। ਬਾਕੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਜੀ ਕਿ ਇਸ ਦੇ ਦੁੱਧ ਪੀਣ ਨਾਲ ਕਿਤੇ ਬੰਦਿਆਂ ਨੂੰ ਬਿਮਾਰੀ ਨਾ ਹੋ ਜਾਏ, ਇਹੋ ਜਿਹੀ ਕੋਈ ਗੱਲ ਨਹੀਂ ਗੀ। ਇਹ ਜੈਨੇਟਿਕ ਬਿਮਾਰੀ ਨਹੀਂ ਗੀ। ਪਹਿਲੀ ਗੱਲ ਹੈ ਕਿ ਪਸ਼ੂਆਂ ਦੇ ਕੋਲ ਅਸੀਂ ਰੋਜ਼ ਜਾਂਦੇ ਆ ਤੇ ਇਹ ਬਿਮਾਰੀ ਇੰਜ ਨਹੀਂ ਹੈਗੀ ਕਿ ਸਾਨੂੰ ਵੀ ਹੋ ਜਾਏਗੀ। ਤੇ ਦੁੱਧ ਪੀਣ ਦੇ ਨਾਲ ਤਾਂ ਵੈਸੇ ਵੀ ਜੇ ਕੋਈ ਬੈਕਟੀਰੀਆ ਵਾਇਰਸ ਹੋਵੇ ਵੀ ਤੇ ਉਹ ਵੀ ਕਿਲ ਹੋ ਜਾਂਦਾ ਹੈ। ਦੁੱਧ ਪੀਣਾ ਬਿਲਕੁਲ ਸੇਫ ਆ, ਇਹੋ ਜਿਹੀ ਕੋਈ ਅਫਵਾਹ ਨਹੀਂ ਗੀ ਤੇ ਲੋਕ ਇਹਨਾਂ ਅਫਵਾਹਾਂ ਤੋਂ ਸੁਚੇਤ ਰਹਿਣ। ਸਵਾਲ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਾਨਵਰਾਂ ਨੂੰ ਕਈ ਤਰੀਕੇ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ। ਉਹਨਾਂ ਬਿਮਾਰੀਆਂ ਤੋਂ ਕਿੱਦਾਂ ਜਿਹੜੇ ਪਸ਼ੂ ਪਾਲਕਿਆਂ ਦਾ ਛੁਟਕਾਰਾ ਪਾ ਸਕਣ, ਕੀ ਉਹਦੇ ਪਰਹੇਜ਼ ਕਰਨ, ਥੋੜ੍ਹਾ ਜਿਹਾ ਉਹ ਵੀ ਦੱਸਿਓ। ਦੇਖੋ ਜੀ, ਅੱਜ ਕੱਲ੍ਹ ਬਰਸਾਤੀ ਮੌਸਮ ਤੋਂ ਬਾਅਦ ਦੋ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦੀਆਂ ਫੈਲੀਆਂ। ਇੱਕ ਤਾਂ ਲੰਪੀ ਸਕਿਨ ਡਿਜ਼ੀਜ਼ ਆ, ਇਹ ਇੰਡੀਆ ਦੀ ਬਿਮਾਰੀ ਨਹੀਂ, ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਇਹ ਵੈਕਟਰ ਬੋਰਨ ਡਿਜ਼ੀਜ਼ ਆ। ਬਾਹਰ ਦੇ ਕੰਟਰੀ ਅਫਰੀਕਾ ਸਾਈਡ ਤੋਂ ਇਹ ਹੁੰਦੀ ਸੀ, ਇੱਥੇ ਨਹੀਂ, ਪਹਿਲੀ ਵਾਰ ਆਈ ਆ। ਦੂਜੀ ਗਲਘੋਟੂ ਦੀ ਵੀ ਅਸੀਂ ਵੈਕਸੀਨ ਲਵਾ ਰਹੇ ਹਾਂ। ਉਹ ਤਾਂ ਪਹਿਲਾਂ ਤਕਰੀਬਨ ਵੈਕਸੀਨ ਲੱਗ ਹੀ ਗਈ ਹੈ ਸਾਰੇ। ਤੇ ਗਲਘੋਟੂ ਦੇ ਵਿੱਚ ਪਸ਼ੂ ਨੂੰ ਬਹੁਤ ਤੇਜ਼ ਬੁਖਾਰ ਹੋ ਜਾਂਦਾ ਹੈ, ਉਹ ਇੱਕੋ ਥਾਂ 'ਤੇ ਖੜਾ ਰਹਿੰਦਾ ਹੈ। ਤੇ ਜੇ ਆਪਾਂ ਉਹਦੀ ਪ੍ਰੋਪਰ ਟ੍ਰੀਟਮੈਂਟ ਨਾ ਕਰੀਏ ਤੇ ਘੰਟੇ 2 ਘੰਟੇ ਦੇ ਵਿੱਚ ਉਹਦੀ ਐਨੀਮਲ ਦੀ ਮੌਤ ਵੀ ਹੋ ਸਕਦੀ ਹੈ। ਤੇ ਇਸ ਦੇ ਲਈ ਸਾਡਾ ਡਿਪਾਰਟਮੈਂਟ ਜਿਹੜਾ ਹੈ ਉਹ ਹਰ ਸਾਲ ਇਸ ਤੋਂ ਪਹਿਲਾਂ ਮਾਨਸੂਨ ਤੋਂ ਪਹਿਲਾਂ ਜਿਹੜੀ ਹੈ ਉਹਦੀ ਵੈਕਸੀਨੇਸ਼ਨ ਕਰ ਦਿੰਦਾ ਹੈ। ਦੂਸਰੀ ਜਿਹੜੀ ਬਿਮਾਰੀ ਹੈ ਜੀ ਲੰਪੀ ਸਕਿਨ ਡਿਜ਼ੀਜ਼ ਆ, ਉਹ ਅੱਜ ਕੱਲ੍ਹ ਬਿਮਾਰੀ ਬਹੁਤ ਫੈਲੀ ਆ ਤੇ ਇਹ ਬਿਮਾਰੀ ਪਹਿਲੀ ਵਾਰ ਇੰਡੀਆ ਦੇ ਵਿੱਚ ਫੈਲੀ ਆ। ਇਹ ਵੀ ਇੱਕ ਵੈਕਟਰ ਬੋਰਨ ਡਿਜ਼ੀਜ਼ ਆ ਜਿਹੜੀ ਮੱਖੀ ਮੱਛਰ ਤੇ ਚਿੱਚੜਾਂ ਤੋਂ ਹੁੰਦੀ ਆ। ਪਸ਼ੂ ਨੂੰ ਬਹੁਤ ਬੁਖਾਰ ਹੋ ਜਾਂਦਾ ਹੈ, ਉਹਦੇ ਸਰੀਰ 'ਚ ਨੋਡਿਊਲਸ ਬਣ ਜਾਂਦੀਆਂ, ਉਹਦੇ ਪੈਰਾਂ 'ਤੇ ਸੋਜ ਪੈ ਜਾਂਦੀ ਆ, ਝਾਲਰ 'ਤੇ ਸੋਜ ਪੈ ਜਾਂਦੀ ਆ ਤੇ ਮੂੰਹ 'ਚੋਂ ਪਾਣੀ ਵਗਣ ਲੱਗ ਪੈਂਦਾ ਹੈ। ਇਹ ਬਿਮਾਰੀ ਵੀ 90% ਕੇਸ ਜਿਹੜੇ ਆ ਉਹ ਠੀਕ ਰਿਕਵਰ ਹੋ ਜਾਂਦੇ ਆ। ਸਿੰਪਟੋਮੈਟਿਕ ਹੀ ਇਹਦੀ ਟ੍ਰੀਟਮੈਂਟ ਹੈ, ਕਿਉਂਕਿ ਇੱਕ ਵਾਇਰਲ ਡਿਜ਼ੀਜ਼ ਆ ਜਿਹੜਾ ਇੱਕ ਤਰ੍ਹਾਂ ਦਾ ਮੱਖੀ ਮੱਛਰ ਦੇ ਨਾਲ ਫੈਲਦੀ ਆ। ਤੇ ਅਸੀਂ ਫਾਰਮਰਸ ਨੂੰ, ਕਿਸਾਨ ਵੀਰਾਂ ਨੂੰ ਸਲਾਹ ਦਿੰਦੇ ਆ ਕਿ ਆਪਣੇ ਪਸ਼ੂ ਆ ਜਿਹੜੇ ਉਹਨਾਂ ਨੂੰ ਮੱਖੀ ਮੱਛਰਾਂ ਤੋਂ ਬਚਾ ਕੇ ਰੱਖੋ। ਇਹਨਾਂ 'ਤੇ ਤੁਸੀਂ ਸਪਰੇਅ ਕਰਦੇ ਰਹੋ। ਉਹਦਾ ਕਾਲਾ ਆਪਣਾ ਜਿਹੜਾ ਤੇਲ ਹੁੰਦਾ, ਸਰੋਂ ਦਾ ਤੇਲ, ਫਿਨਾਈਲ, ਉਸ ਦਾ ਕੱਪੜਾ ਮਾਰਦੇ ਰਹੋ, ਧੂੰਆਂ ਦਿਖਾਓ। ਬਸ ਇਹਨਾਂ ਚੀਜ਼ਾਂ ਦਾ ਬਚਾਅ ਰੱਖੋ। ਬਾਕੀ ਵੈਕਸੀਨ ਆ ਗਈ ਆ ਇਸ ਬਿਮਾਰੀ ਲਈ, ਗੋਟ ਪੌਕਸ ਵੈਕਸੀਨ ਵੀ ਅਵੇਲੇਬਲ ਆ ਤੇ ਉਹ ਵੀ ਸਾਡੀਆਂ ਟੀਮਾਂ ਮਤਲਬ ਕਿ ਪਿੰਡੋਂ ਪਿੰਡ ਜਾ ਕੇ ਵੈਕਸੀਨ ਲਗਾ ਰਹੀਆਂ ਤੇ ਕੋਈ ਘਬਰਾਉਣ ਦੀ ਲੋੜ ਨਹੀਂ। ਸਾਰਾ ਮਹਿਕਮਾ ਜਿਹੜਾ ਹੈ ਉਹ ਨਾਲ ਆ। ਸਵਾਲ ਇਹ ਹੈ ਕਿ ਤੁਸੀਂ ਪਸ਼ੂ ਪਾਲਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ। ਦੇਖੋ ਜੀ, ਮੈਂ ਪਸ਼ੂ ਪਾਲਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਪਣੇ ਜਿਹੜੇ ਪਸ਼ੂ ਆ ਉਹਨਾਂ ਨੂੰ ਤੁਸੀਂ ਮੱਖੀ ਮੱਛਰਾਂ ਤੋਂ ਚਿੱਚੜਾਂ ਤੋਂ ਬਚਾਓ। ਪਹਿਲਾਂ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਬਿਮਾਰੀ ਹੋਵੇ ਨਾ। ਫਸਟ ਆਫ ਆਲ ਤਾਂ ਆਪਾਂ ਮੱਖੀ ਮੱਛਰ ਤੇ ਚਿੱਚੜਾਂ ਤੋਂ ਬਚਾਉਣਾ ਹੈ। ਉਹਨਾਂ 'ਤੇ ਸਪਰੇਅ ਮਾਰੋ ਤੁਸੀਂ, ਜਿਹੜੀਆਂ ਕੀੜੇ ਦਵਾਈ ਆਉਂਦੀਆਂ, ਮੱਛਰ ਮਾਰਨ ਵਾਲੀਆਂ ਦਵਾਈਆਂ ਆਉਂਦੀਆਂ, ਸਾਈਪਰਮਿਥ੍ਰਿਨ ਆਉਂਦੀ ਆ, ਉਹਦੀ ਸਪਰੇਅ ਕਰੋ। ਜਾਂ ਤੁਸੀਂ ਸਰੋਂ ਦਾ ਤੇਲ, ਫਿਨਾਈਲ ਤੇ ਤਾਰਬੀਨ ਦਾ ਤੇਲ ਰਲਾ ਕੇ ਇਸ ਦਾ ਕੱਪੜਾ ਮਾਰੋ। ਮੱਛਰਦਾਨੀ ਜੇ ਲਾ ਸਕਦੇ ਜੇ ਤੇ ਮੱਛਰਦਾਨੀ ਵੀ ਆਪਾਂ ਲਾ ਸਕਦੇ ਹਾਂ। ਉਸ ਤੋਂ ਇਲਾਵਾ ਗੋਟ ਪੌਕਸ ਵੈਕਸੀਨ ਅਵੇਲੇਬਲ ਹੋ ਗਈ ਹੈ ਜੀ। ਇਹ ਵੈਕਸੀਨ ਆਪਾਂ ਪਸ਼ੂ ਨੂੰ ਲਾ ਸਕਦੇ ਹਾਂ। ਜਿਹੜੇ ਪਸ਼ੂ ਤੰਦਰੁਸਤ ਆ ਉਹਨਾਂ ਨੂੰ ਆਪਾਂ ਇਹ ਵੈਕਸੀਨ ਲਾ ਸਕਦੇ। ਸੋ ਇਹ ਸਨ ਡਾਕਟਰ ਕਪੂਰ ਜੀ ਪਸ਼ੂ ਹਸਪਤਾਲ ਫਤਿਹਗੜ੍ਹ ਚੂੜੀਆਂ ਤੋਂ, ਜਿਨ੍ਹਾਂ ਨਾਲ ਅੱਜ ਪਸ਼ੂਆਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ 'ਤੇ ਆਪਾਂ ਗੱਲਬਾਤ ਕੀਤੀ।
ਇਹਨਾਂ ਬੜੇ ਵਿਸਤਾਰ ਸਹਿਤ ਇਹ ਵੀ ਜਾਣਕਾਰੀ ਦਿੱਤੀ ਕਿ ਲੋਕ ਜੋ ਅਫਵਾਹਾਂ ਡਾਲ ਰਹੇ ਹਨ ਉਹ ਸਰਾਸਰ ਝੂਠ ਹੈ। ਇਸ ਤਰ੍ਹਾਂ ਦੀਆਂ ਅਫਵਾਹਾਂ ਵਿੱਚ ਨਹੀਂ ਆਉਣਾ ਚਾਹੀਦਾ। ਉਹਨਾਂ ਪਸ਼ੂ ਪਾਲਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਨੁਕਸੇ ਦੱਸੇ ਕਿ ਜੇ ਕਿੱਦਾਂ ਆਪਾਂ ਪਸ਼ੂ ਪਾਲਕਾਂ ਨੂੰ ਕਿਸ ਤਰ੍ਹਾਂ ਆਪਾਂ ਪਸ਼ੂਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ। ਹੁਣ ਦੇਖਣਾ ਇਹ ਹੈ ਕਿ ਡਾਕਟਰ ਸਾਹਿਬ ਵੱਲੋਂ ਜੋ ਸੁਝਾਅ ਦਿੱਤੇ ਹਨ ਲੋਕ ਇਹਨਾਂ ਵੱਲ ਗੌਰ ਕਰਦੇ ਹਨ ਜਾਂ ਨਹੀਂ, ਜਾਂ ਇਹਨਾਂ ਅਫਵਾਹਾਂ ਵਿੱਚ ਹੀ ਤੁਰੇ ਫਿਰਦੇ ਹਨ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਪਲਵਿੰਦਰ ਸਿੰਘ ਸਰੰਗਲ, ਲਾਈਵ ਭਾਰਤ, ਫਤਿਹਗੜ੍ਹ ਚੂੜੀਆਂ।